ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੇ ਉੱਪਰ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਜੋ ਹਮਲਾ ਹੋਇਆ ਇਸ ਦੀ ਅਸਲ ਕੀ ਸੱਚਾਈ ਹੈ, ਕੀ ਕੁਝ ਹੋਇਆ। ਇਸ ਤੋਂ ਬਾਅਦ ਬਾਕੀ ਸਿਆਸਤ ਦੀਆਂ ਗੱਲਾਂ ਹੋਣਗੀਆਂ ਅਤੇ ਜੋ ਹੁਣ ਅੱਜ ਤੋਂ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ ਉਸ ਦੇ ਉੱਪਰ ਵੀ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਹਮਲਾ ਹੋਇਆ ਹੈ, ਪਰ ਇਸ ਦੌਰਾਨ ਕੀ ਘਟਨਾ ਵਾਪਰੀ ਹੈ, ਕਿਸ ਤਰ੍ਹਾਂ ਉਹਨਾਂ ਦੇ ਉੱਪਰ ਹਮਲਾ ਹੋਇਆ, ਕਿਉਂਕਿ ਪਹਿਲਾਂ ਵੀ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ ਆਪਣੀ ਚੋਣ ਪ੍ਰਚਾਰ ਦੇ ਦੌਰਾਨ। ਤੇ ਕੀ ਤੁਹਾਡੇ ਕੋਲ ਜਾਣਕਾਰੀ ਹੈ, ਉਹਨਾਂ ਨੂੰ ਕੋਈ ਵੱਟੀ ਲੱਗੀ ਹੈ ਜਾਂ ਫਿਰ ਕੀ ਲੀਡਰਾਂ ਦੇ ਇਸ ਦੇ ਉੱਪਰ ਜੋ ਪੱਖ ਸਾਹਮਣੇ ਆਏ ਜਾਂ ਵਿਚਾਰ ਉਹਨਾਂ ਵੱਲੋਂ ਪੇਸ਼ ਕੀਤੇ ਗਏ ਨੇ? ਜੀ ਬਿਲਕੁਲ, ਕਿਉਂਕਿ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਰਹੇ ਹਾਂ ਕਿ ਜਿੱਥੇ ਵੀ ਕੰਪੇਨ ਲਈ ਜਸਟਿਨ ਟਰੂਡੋ ਜਾ ਰਹੇ ਨੇ ਉੱਥੇ ਉਹਨਾਂ ਦਾ ਵਿਰੋਧ ਹੋ ਰਿਹਾ, ਔਰ ਕੁਝ ਖਾਸ ਲੋਕ ਜਿਹੜੇ ਖਾਸ ਕਰਕੇ ਵੈਕਸੀਨ ਦਾ ਵਿਰੋਧ ਕਰ ਰਹੇ ਨੇ ਉਹਨਾਂ ਲੋਕਾਂ ਵੱਲੋਂ ਵਾਰ-ਵਾਰ ਥਾਂ-ਥਾਂ ਤੇ ਜਸਟਿਨ ਟਰੂਡੋ ਦਾ ਵਿਰੋਧ ਹੋ ਰਿਹਾ। ਔਰ ਕਈ ਵਾਰੀ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ, ਕਈ ਵਾਰੀ ਹਿੰਸਕ ਹੋਣ ਦੀ ਕੋਸ਼ਿਸ਼ ਵੀ ਕਰਦੇ ਨੇ। ਜਸਟਿਨ ਟਰੂਡੋ ਲਈ ਮਾੜੀ ਸ਼ਬਦਾਵਲੀ ਜਿਹੜੀ ਉਹ ਵਰਤੀ ਜਾਂਦੀ ਹੈ। ਉਹਨਾਂ ਕੋਲ ਕੁਝ ਇਸ ਤਰੀਕੇ ਦੇ ਫਲੈਕਸ ਬੋਰਡ ਵੀ ਹੁੰਦੇ ਨੇ ਜਿੱਥੇ ਮਾੜੀ ਸ਼ਬਦਾਵਲੀ ਲਿਖੀ ਵੀ ਹੁੰਦੀ ਆ, ਅਤੇ ਇੱਕ ਥਾਂ ਤੇ ਉਹਨਾਂ ਵੱਲੋਂ ਪੁਲਿਸ ਵਾਲਿਆਂ ਨਾਲ ਵੀ ਜਿਹੜੀ ਉਹ ਬਦਸਲੂਕੀ ਕੀਤੀ ਗਈ ਸੀ। ਪਰ ਕੱਲ ਉਸ ਤੋਂ ਵੀ ਅੱਗੇ ਗੱਲ ਲੰਘ ਗਈ ਜਦੋਂ ਅੰਟਾਰੀਓ ਦੇ ਸ਼ਹਿਰ ਲੰਡਨ ਦੇ ਵਿੱਚ ਜਿਹੜੇ ਸੀ ਇੱਕ ਕੰਪੇਨ ਰੈਲੀ ਜਿਹੜੀ ਕਰ ਰਿਹਾ ਸੀ, ਉੱਥੇ ਜਦੋਂ ਜਸਟਿਨ ਟਰੂਡੋ ਜਿਹੜੇ ਆ ਉਹ ਬੱਸ ਦੇ ਵਿੱਚ ਬੈਠ ਰਹੇ ਸੀ। ਇਸ ਵਕਤ ਜਿਹੜੀਆਂ ਤਸਵੀਰਾਂ ਦਰਸ਼ਕ ਸਾਡੇ ਸਕਰੀਨ ਤੇ ਦੇਖ ਰਹੇ ਆ, ਇਸੇ ਦੌਰਾਨ ਹੀ ਇੱਕ ਵਿਅਕਤੀ ਨੇ ਆਪਣੀ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਜੇਬ ਦੇ ਵਿੱਚ ਸ਼ਾਇਦ ਜਿਹਨੂੰ ਅਸੀਂ ਬੱਜਰੀ ਕਹਿ ਦਿੰਦੇ ਹਾਂ ਆਪਣੀ ਭਾਸ਼ਾ ਦੇ ਵਿੱਚ, ਛੋਟੇ ਛੋਟੇ ਟੁਕੜੇ ਜਿਹੜੇ ਸੀਗੇ ਪੱਥਰਾਂ ਦੇ ਉਹ ਉਹਦੇ ਕੋਲ ਸੀਗੇ, ਔਰ ਉਹਨੇ ਮੁੱਠ ਭਰ ਕੇ ਜਿਹੜੇ ਅਸੀਂ ਕਹੀਏ ਤਾਂ ਜਸਟਿਨ ਟਰੂਡੋ ਦੇ ਵੱਲ ਸੱਟੇ, ਜਿਹਦੇ ਵਿੱਚੋਂ ਕੁਝ ਕੁ ਜਿਹੜੀਆਂ ਵੱਟੀਆਂ ਸੀਗੀਆਂ ਛੋਟੀਆਂ ਛੋਟੀਆਂ ਉਹ ਜਸਟਿਨ ਟਰੂਡੋ ਦੇ ਵੀ ਲੱਗੀਆਂ ਅਤੇ ਇਹਦੇ ਨਾਲ ਉਹਨਾਂ ਦੇ ਬਾਡੀਗਾਰਡ ਦੇ ਵੀ ਲੱਗੀਆਂ। ਬਿਲਕੁਲ ਇਸੇ ਵੇਲੇ ਲੱਗੀਆਂ ਜਿਸ ਵਕਤ ਹੁਣ ਜਸਟਿਨ ਟਰੂਡੋ ਬੱਸ ਦੇ ਵਿੱਚ ਬੈਠਣ ਜਾ ਰਹੇ ਨੇ, ਤਾਂ ਇਸੇ ਵਕਤ ਉਹ ਘਟਨਾ, ਇਹੀ ਤਸਵੀਰਾਂ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਸੋ ਇਹ ਬਾਅਦ 'ਚ ਜਸਟਿਨ ਟਰੂਡੋ ਹੋਣਾ ਵੱਲੋਂ ਵੀ ਪੁਸ਼ਟੀ ਕੀਤੀ ਗਈ ਕਿ ਉਹਨਾਂ ਦੇ ਇਹ ਵੱਟੀਆਂ ਜਿਹੜੀਆਂ ਲੱਗੀਆਂ ਨੇ। ਸੋ ਇੱਕ ਉੱਥੇ ਮੀਡੀਆ ਕਿਉਂਕਿ ਮੌਜੂਦ ਸੀਗਾ, ਕੈਮਰੇ ਦੇ ਵਿੱਚ ਇਹ ਕੈਦ ਵੀ ਹੋ ਗਈਆਂ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਹੱਥ ਉੱਤੇ ਚੱਕ ਕੇ ਆਪਣੇ ਵੱਲੋਂ ਮੁੱਠ ਭਰ ਕੇ ਇਸ ਛੋਟੀਆਂ ਛੋਟੀਆਂ ਵੱਟੀਆਂ ਦੀ ਜਾਂ ਬੱਜਰੀ ਦੀ ਅਸੀਂ ਕਹਿ ਲਈਏ ਕਿ ਜਸਟਿਨ ਟਰੂਡੋ ਹੋਣਾ ਉੱਤੇ ਸੁੱਟਦਾ ਆ ਤੇ ਉਹਨਾਂ ਦੇ ਉਹ ਲੱਗਦੀਆਂ ਵੀ ਨੇ। ਸੋ ਇਸ ਤੋਂ ਬਾਅਦ ਖੁਦ ਵੀ ਪੁਸ਼ਟੀ ਕਰ ਚੁੱਕੇ ਨੇ ਜਸਟਿਨ ਟਰੂਡੋ ਕਿ ਹਾਂ ਉਹਨਾਂ ਵੱਲ ਸੁੱਟੀਆਂ ਗਈਆਂ, ਕੁਝ ਉਹਨਾਂ ਦੇ ਲੱਗੀਆਂ ਵੀ ਆ, ਪਰ ਬਿਲਕੁਲ ਠੀਕ ਠਾਕ ਨੇ, ਕੋਈ ਨੁਕਸਾਨ ਨਹੀਂ ਹੋਇਆ। ਔਰ ਇਸ ਤੋਂ ਇਲਾਵਾ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਮੀਡੀਆ ਨਾਲ ਵੀ ਉੱਥੇ ਬਦਸਲੂਕੀ ਜਿਹੜੀ ਸੀ ਉਹ ਕੀਤੀ ਗਈ ਆ, ਕਿਉਂਕਿ ਇੱਕ ਮੀਡੀਆ ਦੀ ਬੱਸ ਵੀ ਉੱਥੇ ਮੌਜੂਦ ਹੁੰਦੀ ਆ, ਜਾਂ ਜਸਟਿਨ ਟਰੂਡੋ ਜਿੱਥੇ ਜਾਂਦੇ ਆ ਨਾਲ ਮੀਡੀਆ ਵੀ ਹੁੰਦਾ, ਉਹਨਾਂ ਦੇ ਕਵਰ ਕਰਦਾ ਹੈ। ਸੋ ਉਹਨਾਂ ਨਾਲ ਵੀ ਉੱਥੇ ਬਦਸਲੂਕੀ ਕੀਤੀ ਗਈ ਤੇ ਜਿਸ ਤਰੀਕੇ ਨਾਲ ਕੱਲ ਜਸਟਿਨ ਟਰੂਡੋ ਉੱਤੇ ਇਹ ਹਮਲਾ ਕੀਤਾ ਗਿਆ ਉਹਨਾਂ ਉੱਤੇ, ਇਸ ਤੋਂ ਬਾਅਦ ਜੇ ਤੁਸੀਂ ਜ਼ਿਕਰ ਕੀਤਾ, ਪੁੱਛਿਆ ਕਿ ਕਿਸ ਤਰੀਕੇ ਦੇ ਬਿਆਨ ਜਿਹੜੇ ਆਏ ਆ। ਸੋ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਐਰਨ ਅਟੂਲ ਦੀ, ਤਾਂ ਉਹਨਾਂ ਨੇ ਟਵੀਟ ਕੀਤਾ, ਇਸ ਘਟਨਾ ਦੀ ਨਿਖੇਧੀ ਕੀਤੀ ਆ, ਔਰ ਉਹਨਾਂ ਨੇ ਕਿਹਾ ਕਿ ਠੀਕ ਆ, ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਪਰ ਇਹ ਹਿੰਸਕ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਇਸ ਤਰੀਕੇ ਨਾਲ ਸਰੀਰਕ ਹਾਨੀ ਜਿਹੜੀ ਆ ਨਹੀਂ ਪਹੁੰਚਾਉਣੀ ਚਾਹੀਦੀ, ਜਾਂ ਇਸ ਤਰੀਕੇ ਦਾ ਹਮਲਾ ਨਹੀਂ ਹੋਣਾ ਚਾਹੀਦਾ। ਸੋ ਐਰਨ ਅਟੂਲ ਨੇ ਇਸ ਦੀ ਨਿਖੇਧੀ ਕੀਤੀ ਆ। ਜਗਮੀਤ ਸਿੰਘ ਹੁਣਾਂ ਨੇ, NDP ਲੀਡਰ ਜਿਹੜੇ ਆ, ਉਹਨਾਂ ਨੇ ਇਸ ਦੀ ਨਿਖੇਧੀ ਕੀਤੀ ਆ, ਔਰ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰਕ ਮਤਭੇਦ ਹਮੇਸ਼ਾ ਸਿਆਸੀ ਪਾਰਟੀਆਂ ਦੇ ਵਿਚਕਾਰ ਹੁੰਦੇ ਨੇ, ਲੀਡਰਾਂ ਵਿੱਚ ਹੁੰਦੇ ਨੇ, ਪਰ ਉਹ ਕਹਿੰਦੇ ਕਿ ਇਸ ਮੁੱਦੇ ਉੱਤੇ ਉਹ ਨਿਖੇਧੀ ਕਰਦੇ ਨੇ ਔਰ ਇਸ ਤਰੀਕੇ ਨਾਲ ਕਹਿੰਦੇ ਆ ਕਿ ਕਿਸੇ ਨੂੰ ਹਮਲਾ ਨਹੀਂ ਕਰਨਾ ਚਾਹੀਦਾ, ਇਹ ਕੋਈ ਵਿਰੋਧ ਦਾ ਤਰੀਕਾ ਨਹੀਂ ਆ, ਵਿਰੋਧ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਾ ਚਾਹੀਦਾ, ਆਪਣੀ ਗੱਲ ਰੱਖਣੀ ਚਾਹੀਦੀ ਹੈ, ਪਰ ਇਸ ਤਰੀਕੇ ਨਾਲ ਹਿੰਸਕ ਤਰੀਕਾ ਨਹੀਂ ਹੋਣਾ ਚਾਹੀਦਾ। ਸੋ ਹੋਰ ਵੀ ਬਹੁਤ ਸਾਰੇ ਲੀਡਰਾਂ ਨੇ, ਬਹੁਤ ਸਾਰੇ ਲੋਕਾਂ ਨੇ ਇਸ ਘਟਨਾ ਜਿਹੜੀ ਉਹ ਨਿਖੇਧੀ ਕੀਤੀ ਹੈ। ਚੋਣਾਂ ਹੋਣ ਜਾ ਰਹੀਆਂ ਨੇ ਤੇ ਜਾਣਨਾ ਚਾਹੂੰਗੀ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓਟੂਲ ਵੱਲੋਂ ਅੱਜ ਕਿਹੜਾ ਐਲਾਨ ਕੀਤਾ ਗਿਆ, ਕੀ ਵਾਅਦਾ ਕੀਤਾ ਹੈ ਉਹਨਾਂ ਨੇ ਦੇਸ਼ ਵਾਸੀਆਂ ਦੇ ਨਾਲ? ਜੀ ਬਿਲਕੁਲ, ਕਿਉਂਕਿ ਐਰਨ ਅਟੂਲ ਹੁਣਾਂ ਨੇ ਅੱਜ ਵਾਅਦਾ ਕੀਤਾ ਹੈ ਕਿ ਉਹ ਜਿਹੜੇ ਫੋਨ ਬਿੱਲ ਆ, ਖਾਸ ਕਰਕੇ ਇੰਟਰਨੈਟ ਦਾ ਜਿਹੜਾ ਉਹ ਬਿੱਲ ਆਉਂਦਾ ਆ, ਉਹ ਕਹਿੰਦਾ, ਜਾਂ ਵਾਇਰਲੈਸ ਜਿਹੜੇ ਬਿੱਲ ਆ ਡਾਟਾ ਦੇ, ਸੋ ਉਹ ਕਹਿੰਦੇ ਆ ਕਿ ਅਸੀਂ ਘਟਾਵਾਂਗੇ। ਔਰ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀ 2019 ਦੇ ਵਿੱਚ, ਸਭ ਤੋਂ ਪਹਿਲਾਂ ਜਿਹੜਾ ਇਹ ਵਾਅਦਾ ਸੀ ਉਹ ਜਗਮੀਤ ਸਿੰਘ ਹੁਣਾਂ ਦੀ ਪਾਰਟੀ NDP ਨੇ ਕੀਤਾ ਸੀ।
ਉਸ ਤੋਂ ਬਾਅਦ ਕਿਉਂਕਿ ਇਹ ਇਸ ਤਰੀਕੇ ਦਾ ਜਿਹੜਾ ਮੁੱਦਾ ਆ ਕਿ ਹਰ ਇੱਕ ਵਿਅਕਤੀ ਨਾਲ ਜੁੜਿਆ ਹੋਇਆ, ਇਹਦਾ ਪ੍ਰਭਾਵ ਵੀ ਕਾਫੀ ਪੈਂਦਾ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਫਿਰ ਇਹਨੂੰ ਲਿਬਰਲ ਪਾਰਟੀ ਨੇ ਵੀ ਪਿਕ ਕੀਤਾ, ਕੰਜ਼ਰਵੇਟਿਵ ਪਾਰਟੀ ਨੇ ਪਿਕ ਕੀਤਾ। ਸਾਰੀਆਂ ਹੀ ਪਾਰਟੀਆਂ ਨੇ ਬਾਅਦ 'ਚ ਇਹ ਵਾਅਦਾ ਕਰ ਦਿੱਤਾ ਸੀਗਾ ਕਿ ਜਿਹਦੀ ਵੀ ਸਰਕਾਰ ਬਣੀ ਉਹ ਜਿਹੜੇ ਸੈੱਲ ਫੋਨ ਦੇ ਜਿਹੜੇ ਬਿੱਲ ਆ ਉਹ ਘਟਾਉਣਗੇ। ਇਹੀ ਵਾਅਦਾ ਅੱਜ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਕੀਤਾ ਆ। ਹਾਲਾਂਕਿ ਜਦੋਂ ਜਸਟਿਨ ਟਰੂਡੋ ਉਹਨਾਂ ਦੀ ਮਿਨੋਰਟੀ ਗਵਰਨਮੈਂਟ ਬਣੀ ਸੀ ਤਾਂ ਉਹਦੇ ਵਿੱਚ ਇਨੋਵੇਸ਼ਨ ਤੇ ਟੈਕਨੋਲੋਜੀ ਮਿਨਿਸਟਰ ਸੀਗੇ ਨਵਦੀਪ ਬੈਂਸੋਣੀ। ਨਵਦੀਪ ਬੈਂਸੋਣਾ ਦੀ ਜਸਟਿਨ ਟਰੂਡੋ ਨੇ ਡਿਊਟੀ ਲਾਈ ਸੀ ਕਿ ਇਹ ਜਿਹੜੇ ਬਿੱਲ ਆ ਇਹ 2 ਸਾਲ ਦਾ ਸਮਾਂ ਦਿੱਤਾ ਸੀ, ਘਟਣੇ ਚਾਹੀਦੇ ਆ। ਹਾਲਾਂਕਿ ਇਸ ਤਰ੍ਹਾਂ ਕੋਈ ਬਹੁਤਾ ਫਰਕ ਨਹੀਂ ਪਿਆ ਜੋ ਬਹੁਤਾ ਦਾਅਵਾ ਕੀਤਾ ਜਾ ਰਿਹਾ। ਤੇ ਜੇਕਰ ਅਸੀਂ ਨਵਦੀਪ ਬੈਂਸ ਦੀ ਵੀ ਗੱਲ ਕਰੀਏ ਤਾਂ ਉਹ ਵੀ ਇਸ ਵਕਤ ਜਿਹੜੀ ਸਰਗਰਮ ਰਾਜਨੀਤੀ ਆ ਉਹ ਛੱਡ ਚੁੱਕੇ ਨੇ, ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ। ਇਸ ਵਾਰ ਉਹ ਇਲੈਕਸ਼ਨ ਵੀ ਨਹੀਂ ਲੜ ਰਹੇ ਔਰ ਉਹਨਾਂ ਦਾ ਕਹਿਣਾ ਸੀ ਕਿ ਉਹ ਪਰਿਵਾਰ ਨਾਲ ਵੱਧ ਸਮਾਂ ਬਿਤਾਉਣਾ ਚਾਹੁੰਦੇ ਨੇ। ਹਾਲਾਂਕਿ ਲਿਬਰਲ ਪਾਰਟੀ ਵਿੱਚ ਉਹਨਾਂ ਦੀ ਚੰਗੀ ਪਕੜ ਦੱਸੀ ਜਾ ਰਹੀ ਸੀ, ਪਰ ਸਰਗਰਮ ਰਾਜਨੀਤੀ ਤੋਂ ਇੱਕਦਮ ਉਹਨਾਂ ਨੇ ਪਾਸਾ ਵੱਟ ਲਿਆ। ਸੋ ਐਨਡੀਪੀ ਵੱਲੋਂ ਇਸ ਵਾਰ ਫਿਰ ਉਹ ਵਾਅਦਾ ਕੀਤਾ ਗਿਆ, ਇਹ ਵਾਅਦਾ ਹੁਣ ਕੰਜ਼ਰਵੇਟਿਵ ਪਾਰਟੀ ਨੇ ਵੀ ਕਰ ਦਿੱਤਾ ਆ। ਸੋ ਹੁਣ ਲਿਬਰਲ ਪਾਰਟੀ ਦੇਖਦੇ ਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਮੁੱਦੇ ਉੱਤੇ ਕੀ ਬੋਲਦੀ ਆ, ਕਿਉਂਕਿ ਉਹਨਾਂ ਦੀ ਸਰਕਾਰ ਰਹੀ ਹੈ ਪਿਛਲੇ ਜੇਕਰ ਅਸੀਂ ਦੇਖੀਏ ਤਾਂ ਪਿਛਲੇ 2 ਸਾਲ ਤੋਂ ਜੇ 1 ਮਹੀਨਾ ਘਟਾ ਦਈਏ, ਪਿਛਲੇ 23 ਮਹੀਨੇ ਉਹਨਾਂ ਦੀ ਸਰਕਾਰ ਰਹੀ ਆ। ਇਹਨਾਂ 23 ਮਹੀਨਿਆਂ ਦੇ ਵਿੱਚ ਉਹ ਕਿੰਨੇ ਕੁ ਸਫਲ ਹੋਏ ਨੇ, ਆਪਣਾ ਵਾਅਦਾ ਕਿੰਨਾ ਕੁ ਨਿਭਾਇਆ, ਲੋਕਾਂ ਨੂੰ ਕੀ ਜਵਾਬ ਦੇਣਗੇ, ਕੀ ਦਾਅਵਾ ਕਰਨਗੇ, ਇਹ ਦੇਖਣਾ ਬਣਦਾ ਆ। ਕਿਉਂਕਿ ਐਨਡੀਪੀ ਪਾਰਟੀ ਵੀ ਵਾਅਦਾ ਕਰ ਚੁੱਕੀ ਆ, ਪਿਛਲੀਆਂ ਚੋਣਾਂ 'ਚ ਵੀ ਕੀਤਾ ਸੀ, ਕੰਜ਼ਰਵੇਟਿਵ ਨੇ ਵੀ ਇਹ ਮੁੱਦਾ ਐਕਟਿਵ ਉਠਾਤਾ। ਤੇ ਲਾਜ਼ਮੀ ਗੱਲ ਆ, ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਇਹ ਮੁੱਦਾ ਹਰ ਪਾਰਟੀ ਇਸ ਵਾਰ ਵੀ ਉਠਾਏਗੀ। 2 ਪਾਰਟੀਆਂ ਉਠਾ ਚੁੱਕੀਆਂ ਨੇ, ਹੁਣ ਲਿਬਰਲ ਪਾਰਟੀ ਇਸ ਉੱਤੇ ਕੀ ਕਹਿੰਦੀ ਹੈ ਇਹ ਦੇਖਣਾ ਬਣਦਾ। ਬਾਕੀ ਪਾਰਟੀਆਂ ਨੇ ਲਗਭਗ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਹੈ। ਜੀ ਬਿਲਕੁਲ, ਜਿਵੇਂ ਜਿਵੇਂ ਇਹਨਾਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਨੇ। ਇੱਕ ਨਵਾਂ ਵਾਅਦਾ ਰੋਜ਼ਾਨਾ ਲੀਡਰਾਂ ਦੇ ਵੱਲੋਂ ਕੀਤਾ ਜਾ ਰਿਹਾ। ਸੋ ਜੇਕਰ ਅਸੀਂ ਗੱਲ ਕਰੀਏ ਐਨਡੀਪੀ ਲੀਡਰ ਜਗਮੀਤ ਸਿੰਘ ਦੀ, ਅੱਜ ਉਹਨਾਂ ਵੱਲੋਂ ਕਿਹੜਾ ਵੱਡਾ ਐਲਾਨ ਕੀਤਾ ਗਿਆ ਹੈ? ਜੀ ਬਿਲਕੁਲ, ਕਲਾਈਮੇਟ ਚੇਂਜ ਨਾਲ ਸੰਬੰਧਿਤ ਇੱਕ ਐਲਾਨ ਜਿਹੜਾ ਉਹ ਕੀਤਾ ਗਿਆ। ਪਹਿਲਾਂ ਤਾਂ ਜਗਮੀਤ ਸਿੰਘ ਉਹਨਾਂ ਨੇ ਜਸਟਿਨ ਟਰੂਡੋ ਉੱਤੇ ਵਾਅਦਾ ਜਿਹੜਾ ਸੀ ਨਿਸ਼ਾਨਾ ਕੱਸਿਆ, ਸਿਆਸੀ ਨਿਸ਼ਾਨਾ, ਕਿ ਜਸਟਿਨ ਟਰੂਡੋ ਫੇਲ ਹੋਏ ਨੇ ਕਲਾਈਮੇਟ ਚੇਂਜ ਨੂੰ ਲੈ ਕੇ, ਜਿਹੜੀਆਂ ਪਾਲਿਸੀਜ਼ ਦੀ ਗੱਲ ਕੀਤੀ ਜਾ ਰਹੀ ਸੀ ਉਸ ਤੇ ਫੇਲ ਹੋਏ ਨੇ। ਫਿਰ ਉਹਨਾਂ ਨੇ ਵਾਅਦਾ ਕੀਤਾ ਕਿ ਜਿਹੜਾ ਪਬਲਿਕ ਟਰਾਂਜ਼ਿਟ ਆ, ਜਿਹੜਾ ਪਬਲਿਕ ਟਰਾਂਸਪੋਰਟ ਆ, ਉਹਨੂੰ 2030 ਤੱਕ ਅਸੀਂ ਪੂਰੇ ਤਰੀਕੇ ਨਾਲ ਜਿਹੜਾ ਉਹ ਇਲੈਕਟ੍ਰੋਨਿਕ ਕਰ ਦੇਵਾਂਗੇ। ਹਾਲਾਂਕਿ ਜੇਕਰ ਹੁਣ ਵੀ ਅਸੀਂ ਗੱਲ ਕਰੀਏ ਤਾਂ ਵੈਨਕੂਵਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕੁਝ ਕੁ ਬੱਸਾਂ ਜਿਹੜੀਆਂ ਵੈਨਕੂਵਰ ਦੇ ਅੰਦਰ ਅੰਦਰ ਚੱਲਦੀਆਂ ਨੇ ਉਹ ਬਿਜਲੀ ਤੇ ਚੱਲਦੀਆਂ ਨੇ। ਔਰ ਇਸੇ ਤਰੀਕੇ ਨਾਲ ਕਿਉਂਕਿ ਪ੍ਰਦੂਸ਼ਣ ਦੀ ਗੱਲ ਲਗਾਤਾਰ ਕੀਤੀ ਜਾਂਦੀ ਹੈ, ਪੋਲਿਊਸ਼ਨ ਜਿਹੜਾ ਉਹ ਜਿਹੜੇ ਗੈਸ ਵਾਲੇ ਵਹੀਕਲ ਨੇ ਜਿਨ੍ਹਾਂ 'ਚ ਤੇਲ ਪੈਂਦਾ ਆ ਉਹਨਾਂ ਨਾਲ ਕਾਫੀ ਸ਼ਹਿਰਾਂ ਵਿੱਚ ਹੁੰਦਾ ਹੈ। ਇਲੈਕਟ੍ਰੋਨਿਕ ਕਾਰਾਂ ਦੀ ਗੱਲ ਚੱਲ ਰਹੀ ਆ, ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਪਲਾਂਟ ਲੱਗ ਰਹੇ ਨੇ। ਅੰਟਾਰੀਓ ਵਾਲੇ ਪਾਸੇ ਹੁਣੇ ਸਰਕਾਰ ਨੇ ਮਦਦ ਕੀਤੀ ਆ, ਫੋਰਡ ਨੂੰ ਇੱਕ ਪਲਾਂਟ ਜਿਹੜਾ ਉੱਥੇ ਲੱਗ ਦਿੱਤਾ ਆ। ਸੋ ਇਸੇ ਤਰੀਕੇ ਨਾਲ ਹੁਣ ਗੱਲ ਇਹ ਚੱਲ ਰਹੀ ਹੈ ਕਿ ਜਿਹੜਾ ਪਬਲਿਕ ਟਰਾਂਸਪੋਰਟ ਹੈ ਜੋ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਚੱਲਦਾ ਆ, ਜਿੱਥੇ ਜ਼ਿਆਦਾ ਵਸੋਂ ਹੁੰਦੀ ਆ, ਸੋ ਉਹਨੂੰ ਵੀ ਜਿਹੜਾ ਇਲੈਕਟ੍ਰੋਨਿਕ ਕੀਤਾ ਜਾਣਾ ਚਾਹੀਦਾ। ਹੌਲੀ ਹੌਲੀ ਜੋ ਇਹ ਕੰਮ ਚੱਲ ਵੀ ਰਿਹਾ, ਕੁਝ ਬੱਸਾਂ ਹੈਗੀਆਂ ਵੀ ਨੇ ਕਈ ਥਾਵਾਂ ਤੇ, ਖਾਸ ਕਰਕੇ ਜਿੱਥੇ ਬਹੁਤ ਜ਼ਿਆਦਾ ਟੂਰਿਸਟ ਜਾਂਦੇ ਨੇ ਉੱਥੇ ਅਸੀਂ ਕੁਝ ਬੱਸਾਂ ਦੇਖੀਆਂ ਵੀ ਨੇ ਕੁਝ ਸ਼ਹਿਰਾਂ ਦੇ ਵਿੱਚ, ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ, ਜਿੱਥੇ ਇਲੈਕਟ੍ਰੋਨਿਕ ਬੱਸਾਂ ਚੱਲ ਵੀ ਰਹੀਆਂ ਨੇ। ਪਰ ਫਿਰ ਵੀ ਵੱਡੀ ਪੱਧਰ ਤੇ ਜਿਹੜੀਆਂ ਬੱਸਾਂ ਨੇ ਹੱਲੇ ਉਹ ਆਮ ਗੈਸ ਤੇ ਚੱਲ ਰਹੀਆਂ ਨੇ। ਸੋ ਇਸ ਕਰਕੇ ਜਗਮੀਤ ਸਿੰਘ ਨੇ ਵਾਅਦਾ ਕੀਤਾ ਕਿ 2030 ਤੱਕ ਉਹ ਜਿਹੜਾ ਪਬਲਿਕ ਟਰਾਂਜ਼ਿਟ ਆ ਉਹਨੂੰ ਉਹ ਇਲੈਕਟ੍ਰੋਨਿਕ ਜਿਹੜਾ ਉਹ ਕਰ ਦੇਣਗੇ। ਜੀ ਬਿਲਕੁਲ। ਅੱਛਾ, ਗੱਲ ਕਰਦੇ ਹਾਂ ਅਸੀਂ ਸਿਆਸਤ ਤੋਂ ਥੋੜੀ ਅਲੱਗ। ਬ੍ਰਿਟਿਸ਼ ਕੋਲੰਬੀਆ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਸੂਬੇ ਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਦੀ ਕੀਤੀ ਜਾ ਰਹੀ ਹੈ, ਪਰ ਵੱਡੀ ਗਿਣਤੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਾਸੀ ਅਜਿਹੇ ਹਨ ਜਿਹੜੇ ਜਾਣਨਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਇਹ ਕੰਮ ਕਰੇਗਾ, ਕਿਹੜੀਆਂ ਥਾਵਾਂ ਦੇ ਉੱਪਰ ਇਸ ਦੀ ਜ਼ਰੂਰਤ ਰਹਿਣ ਵਾਲੀ ਹੈ, ਕਿਸ ਤਰ੍ਹਾਂ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸੋ ਇਸ ਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਕਿ ਕਿਸ ਤਰ੍ਹਾਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਹੋਰ ਕਿਵੇਂ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਜੀ ਬਿਲਕੁਲ, ਪ੍ਰੂਫ ਆਫ ਵੈਕਸੀਨੇਸ਼ਨ ਦਾ ਐਲਾਨ BC ਵਿੱਚ ਕੀਤਾ ਗਿਆ ਸੀਗਾ ਤੇ ਹੁਣ ਸਵਾਲ ਇਹ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਵਾ ਇਹ ਪ੍ਰੂਫ ਆਫ ਵੈਕਸੀਨੇਸ਼ਨ ਦਾ ਸਿਸਟਮ ਕੰਮ ਕਰੇਗਾ। ਲੋਕ ਕਿਵੇਂ ਇਹ ਦਿਖਾਉਣਗੇ ਕਿ ਸਾਡੀ ਵੈਕਸੀਨ ਲੱਗੀ ਹੋਈ ਆ, ਸਰਕਾਰ ਵੱਲੋਂ ਕਿਹੜਾ ਸਿਸਟਮ ਤਿਆਰ ਕਰਕੇ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ। ਸੋ ਉਹਦੇ ਸੰਬੰਧੀ ਅੱਜ ਐਲਾਨ ਹੋਣਾ ਸੀ, ਪਰ ਐਲਾਨ ਹੋਣ ਤੋਂ ਪਹਿਲਾਂ ਜਿਹੜੀ ਸੀ ਇੱਕ ਵੈਬਸਾਈਟ ਉਹ ਲਾਂਚ ਕਰ ਦਿੱਤੀ ਗਈ BC ਸਰਕਾਰ ਵੱਲੋਂ ਇਸ ਸੰਬੰਧੀ ਕਿ ਤੁਸੀਂ ਰਜਿਸਟਰ ਕਰ ਸਕਦੇ ਹੋ। ਹੁਣ ਲੋਕਾਂ ਨੂੰ ਕਈ ਆਪਸ਼ਨਸ ਜਿਹੜੀਆਂ ਉਹ ਇਹਦੇ ਵਿੱਚ ਇੰਦਰਪ੍ਰੀਤ ਦਿੱਤੀਆਂ ਗਈਆਂ ਨੇ ਕਿ ਕਈ ਤਰੀਕਿਆਂ ਨਾਲ ਤੁਸੀਂ ਇਹ ਪ੍ਰੂਫ ਕਰ ਸਕਦੇ ਹੋ। ਸਭ ਤੋਂ ਜਿਹੜੀ ਇੱਕ ਸੌਖੀ ਆਪਸ਼ਨ ਇਹ ਦਿੱਤੀ ਗਈ ਹੈ ਕਿ ਤੁਸੀਂ ਇੱਕ ਐਪ ਭਰਨੀ ਆ, ਖਾਸ ਕਰਕੇ ਜਿਹੜੀ ਸਰਵਿਸ
BC ਦੀ ਐਪ ਜੇਕਰ ਤੁਹਾਡੇ ਫੋਨ 'ਚ ਹੈਗੀ ਆ ਤੁਸੀਂ ਉਹਦੇ ਵਿੱਚ ਰਜਿਸਟਰ ਕਰ ਸਕਦੇ ਹੋ। ਉਹਦੇ ਵਿੱਚ ਜਿਹੜਾ ਵਾ ਤੁਹਾਨੂੰ ਉੱਥੋਂ ਇਹ ਆਪਣਾ ਥਾਵਾਂ ਤੇ ਜਿਹੜਾ ਤੁਸੀਂ ਜਿਹੜਾ ਤੁਹਾਡੇ ਕੋਲ ਇੱਕ ਕਾਰਡ ਹੈਗਾ ਆ ਜਦੋਂ ਤੁਸੀਂ ਵੈਕਸੀਨ ਲਵਾਈ ਸੀ ਉਹਦੀਆਂ ਡਿਟੇਲਸ ਜਿਹੜੀਆਂ ਉਹ ਤੁਸੀਂ ਭਰਦੀਆਂ ਨੇ। ਆਪਣਾ ਹੈਲਥ ਕਾਰਡ ਨੰਬਰ ਭਰਨਾ, ਉੱਥੇ ਤਰੀਕ ਭਰਨੀ ਆ ਔਰ ਲੋਟ ਨੰਬਰ ਭਰਨਾ ਜੋ ਕਾਰਡ ਤੇ ਲਿਖਿਆ ਹੁੰਦਾ ਆ। ਉਸ ਤੋਂ ਬਾਅਦ ਜਿਹੜਾ ਵਾ ਤੁਹਾਡੇ ਕੋਲ ਉੱਥੇ ਰਜਿਸਟਰ ਹੋ ਜਾਏਗਾ। ਫਿਰ ਤੁਸੀਂ ਉਹ ਐਪ ਖੋਲ ਕੇ ਦਿਖਾ ਸਕਦੇ ਹੋ ਕਿ ਤੁਸੀਂ ਵੈਕਸੀਨੇਟ ਹੋ। ਇਸ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੇ ਕੋਲ ਸਮਾਰਟਫੋਨ ਨਹੀਂ ਆ ਤਾਂ ਤੁਸੀਂ ਰਜਿਸਟਰ ਕਰਾ ਸਕਦੇ ਹੋ ਵੈਬਸਾਈਟ ਤੇ। ਤਾਂ ਤੁਹਾਨੂੰ ਇੱਕ ਪ੍ਰਿੰਟ ਕੀਤੀ ਹੋਈ ਜਿਹੜੀ ਇੱਕ ਵੈਕਸੀਨ ਕਾਰਡ ਆ ਜਿਹੜਾ ਉਹ ਭੇਜ ਦਿੱਤਾ ਜਾਏਗਾ, ਜੋ ਤੁਸੀਂ ਜਿੱਥੇ ਕਿਤੇ ਐਂਟਰ ਕਰਨਾ, ਜਿੱਥੇ ਲੋੜ ਹੋਵੇਗੀ ਉੱਥੇ ਦਿਖਾ ਸਕਦੇ ਹੋ। ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਵਾ ਕਿਉਂਕਿ ਜੇਕਰ ਹਾਲੇ ਕਿਉਂਕਿ ਅੱਜ ਹੀ ਵੈਬਸਾਈਟ ਖੁੱਲੀ ਸੀ ਤਾਂ ਵੈਬਸਾਈਟ ਤੇ ਉੱਤੇ ਇੰਨਾ ਜ਼ਿਆਦਾ ਟ੍ਰੈਫਿਕ ਹੋ ਗਿਆ ਕਿ ਵੈਬਸਾਈਟ ਜਿਹੜੀ ਉਹ ਡਾਊਨ ਆ ਗਈ। ਸੋ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਕੁਝ ਕੁ ਜੇਕਰ ਅਸੀਂ ਕਹੀਏ ਤਾਂ ਦਿਨਾਂ ਤੱਕ ਇਹ ਮੋਹਲਤ ਦਿੱਤੀ ਗਈ ਹੈ ਕਿ ਜਿਹੜੇ ਤੁਹਾਡੇ ਕੋਲ ਆਲਰੇਡੀ ਕਾਰਡ ਤੁਹਾਨੂੰ ਮਿਲੇ ਹੋਏ ਨੇ, ਜਦੋਂ ਤੁਸੀਂ ਆਪਣੀਆਂ ਟੀਕਾ ਲਵਾਉਂਦੇ ਹੋ ਤਾਂ ਤੁਹਾਨੂੰ ਇੱਕ ਕਾਰਡ ਦਿੱਤਾ ਜਾਂਦਾ, ਉੱਤੇ ਦੋਵੇਂ ਡੋਜ਼ ਜਿਹੜੀਆਂ ਲੱਗੀਆਂ ਨੇ ਉਹਦੀ ਤਰੀਕ ਲਿਖੀ ਹੁੰਦੀ ਆ, ਲੋਟ ਨੰਬਰ ਲਿਖਿਆ ਹੁੰਦਾ ਕਿ ਕਿੱਥੇ ਟੀਕਾ ਲੱਗਾ ਆ, ਉਹ ਦਿਖਾ ਸਕਦੇ ਹੋ। ਉਸ ਤੋਂ ਬਾਅਦ ਜਦੋਂ ਸਭ ਕੁਝ ਆਮ ਹੋ ਗਿਆ ਤਾਂ ਫਿਰ ਤੁਸੀਂ ਇੱਕ ਆਪਣੇ ਸਮਾਰਟਫੋਨ ਤੇ ਵੀ ਦਿਖਾ ਸਕਦੇ ਹੋ। ਫਿਰ ਤੁਹਾਡੇ ਕੋਲ ਪ੍ਰਿੰਟਡ ਉਹਦੀ ਵੀ ਕਾਰਡ ਆ ਜਾਏਗਾ, ਤੁਹਾਨੂੰ ਮੇਲ ਆ ਜਾਏਗੀ, ਉਹ ਵੀ ਤੁਸੀਂ ਦਿਖਾ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਵਾ ਫਿਰ ਤੁਸੀਂ ਜੇਕਰ ਕੋਈ BC ਤੋਂ ਬਾਹਰੋਂ ਆ ਰਿਹਾ ਤਾਂ ਉਹ ਉੱਥੋਂ ਦਾ ਆਪਣਾ ਉਸ ਪ੍ਰੋਵਿੰਸ ਦਾ ਜੋ ਸਿਸਟਮ ਆ ਉਹਦੇ ਹਿਸਾਬ ਨਾਲ ਜੋ ਉਹਦੇ ਕੋਲ ਪ੍ਰੂਫ ਹੋਵੇਗਾ ਉਹ ਦਿਖਾਇਆ ਜਾ ਸਕਦਾ। ਔਰ ਜੇ ਕੋਈ ਇੰਟਰਨੈਸ਼ਨਲ ਵਿਜ਼ਟਰ ਆ ਰਿਹਾ ਤਾਂ ਉਹ ਆਪਣੇ ਮੁਲਕ ਦਾ ਜੋ ਉਹਨਾਂ ਨੇ 에ਅਰਪੋਰਟ ਤੇ ਦਿਖਾ ਕੇ ਪ੍ਰੂਫ ਕੀਤਾ ਕਿ ਉਹਨਾਂ ਦੀ ਵੈਕਸੀਨੇਸ਼ਨ ਲੱਗੀ ਆ, ਉਹ ਕਾਰਡ ਦਿਖਾ ਸਕਦਾ ਹੈ, ਉਹ ਸਰਟੀਫਿਕੇਟ ਦਿਖਾ ਸਕਦਾ ਹੈ, ਉਹ ਪੇਪਰ ਉਹ ਵਾਲਾ ਦਿਖਾ ਸਕਦਾ, ਨਾਲ ਆਪਣਾ ਪਾਸਪੋਰਟ ਦਿਖਾ ਸਕਦਾ ਆ। ਸੋ ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਜਿਹੜਾ ਉਹ ਕੰਮ ਕਰੇਗਾ। ਜੀ ਬਿਲਕੁਲ। ਅੱਛਾ, ਗੱਲ ਵੈਕਸੀਨੇਸ਼ਨ ਦੀ ਹੋਈ ਹੈ, ਸੋ ਮਨਦੀਪ ਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓਟੂਲ ਵੱਲੋਂ ਇਹ ਕਿਹਾ ਗਿਆ ਹੈ ਕਿ ਸਿਹਤ ਮੰਤਰੀ ਉਸ ਨੂੰ ਲਗਾਇਆ ਜਾਵੇਗਾ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਜਿਹੜਾ ਫੁੱਲੀ ਵੈਕਸੀਨੇਟਡ ਹੋਵੇਗਾ। ਪਰ ਦੂਜੇ ਪਾਸੇ ਅਜੇ ਵੀ ਉਹਨਾਂ ਵੱਲੋਂ ਉਮੀਦਵਾਰਾਂ ਦੇ ਲਈ ਕੋਵਿਡ-19 ਵੈਕਸੀਨ ਲਾਜ਼ਮੀ ਦਾ ਐਲਾਨ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਇਸ ਮੁੱਦੇ ਦੇ ਉੱਪਰ ਉਹਨਾਂ ਨੂੰ ਘੇਰਦੇ ਰਹੇ ਨੇ। ਸੋ ਜੋ ਇਹ ਅੱਜ ਐਲਾਨ ਕੀਤਾ ਗਿਆ ਹੈ ਓਟੂਲ ਵੱਲੋਂ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ ਇਸ ਤੇ ਗੱਲ ਕਰਦੇ ਹਾਂ, ਪਰ ਮੈਂ ਪਿਛਲੀ ਖਬਰ ਦੇ ਵਿੱਚ ਇੱਕ ਸੋਧ ਕਰਦਾ ਕਿ 27 ਸਤੰਬਰ ਤੱਕ ਜਿਹੜੇ ਲੋਕ ਨੇ BC ਦੇ ਖਾਸ ਕਰਕੇ ਉਹ ਜਿਹੜੇ ਕਾਰਡ ਤੁਹਾਨੂੰ ਮਿਲੇ ਹੋਏ ਨੇ ਆਲਰੇਡੀ, ਜਿਹਦੇ ਉੱਤੇ ਡਿਟੇਲ ਲਿਖੀ ਹੋਈ ਹੈ ਪੈਨ ਦੇ ਨਾਲ, ਜਿੱਥੋਂ ਤੁਸੀਂ ਟੀਕਾ ਲਵਾਇਆ ਸੀ ਉੱਥੋਂ ਜਿਹੜਾ ਕਾਰਡ ਮਿਲਦਾ ਆ ਉਹ ਤੁਸੀਂ ਫਿਲਹਾਲ ਦਿਖਾ ਸਕਦੇ ਹੋ 27 ਸਤੰਬਰ ਤੱਕ। ਉਸ ਤੋਂ ਬਾਅਦ ਜੋ ਇਹ ਸਿਸਟਮ ਸਰਕਾਰ ਨੇ ਦਿੱਤਾ ਹੋਇਆ ਵਾ ਉਹਦੇ ਤੋਂ ਫਿਰ ਤੁਹਾਨੂੰ ਉਹਦੇ ਦੁਆਰਾ ਇਹ ਪ੍ਰੂਫ ਕਰਨਾ ਪਵੇਗਾ ਤੁਹਾਡੇ ਵੈਕਸੀਨ ਹੈ। ਫਿਰ ਤੁਸੀਂ ਐਪ ਦਿਖਾ ਸਕਦੇ ਹੋ ਜੋ ਤੁਹਾਨੂੰ ਚਿੱਠੀ ਦੁਆਰਾ ਜਿਹੜਾ ਮੇਲ ਦੁਆਰਾ ਪ੍ਰਾਪਤ ਹੋਇਆ ਵੈਕਸੀਨੇਸ਼ਨ ਪ੍ਰੂਫ ਹੈ ਉਹ ਦਿਖਾ ਸਕਦੇ ਹੋ। ਪਰ ਉਦੋਂ ਤੱਕ ਜੇਕਰ ਤੁਹਾਨੂੰ 27 ਸਤੰਬਰ ਤੱਕ ਨਹੀਂ ਮਿਲਦਾ ਤੁਸੀਂ ਉਹ ਵਾਲੇ ਕਾਰਡ ਵੀ ਦਿਖਾ ਸਕਦੇ ਹੋ। ਹੁਣ ਗੱਲ ਕਰਦੇ ਆ, ਤੁਸੀਂ ਜਿਹੜੀ ਗੱਲ ਕੀਤੀ ਕਿ ਐਰਨ ਓਟੂਲ ਹੋਣਾ ਨੇ ਕਿ ਉਹ ਜੇਕਰ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਉਹਨਾਂ ਦਾ ਜਿਹੜਾ ਹੈਲਥ ਮਿਨਿਸਟਰ ਹੋਏਗਾ ਉਹ ਫੁੱਲੀ ਵੈਕਸੀਨੇਟਡ ਹੋਏਗਾ। ਹਾਲਾਂਕਿ ਇਹ ਇੱਕ ਬੜੀ ਉਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਇਸ ਵਕਤ ਫਸੇ ਹੋਏ ਨੇ। ਲਗਾਤਾਰ ਲਿਬਰਲ ਪਾਰਟੀ ਵੱਲੋਂ ਘੇਰਿਆ ਜਾ ਰਿਹਾ ਕਿ ਆਪਣੇ ਕੈਂਡੀਡੇਟਸ ਨੂੰ ਹੀ ਜਿਹੜਾ ਵਾ ਉਹ ਫੁੱਲੀ ਵੈਕਸੀਨੇਟਡ ਨਹੀਂ ਕਰਵਾ ਸਕੇ ਆ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ 2 ਮਹੀਨਿਆਂ ਦੇ ਅੰਦਰ ਜਿਹੜਾ ਉਹ ਜਿਹੜਾ ਕੈਨੇਡਾ ਦੇ ਵਿੱਚ ਰੇਟ ਹੈ ਵੈਕਸੀਨ ਦਾ ਉਹ 90% ਤੋਂ ਪਾਰ ਲੈ ਜਾਣਗੇ। ਇਸ ਵੇਲੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲਾ ਟੀਕਾ ਜਿਹੜਾ ਇੱਕ ਟੀਕਾ ਆ ਉਹ 83% ਲੋਕਾਂ ਦੇ ਲੱਗ ਚੁੱਕਾ ਹੈਲਥ ਕੈਨੇਡਾ ਦੇ ਅਨੁਸਾਰ, ਤੇ 76% ਲੋਕਾਂ ਦੇ ਪੂਰੇ ਦੋਵੇਂ ਟੀਕੇ ਜਿਹੜੇ ਉਹ ਲੱਗ ਚੁੱਕੇ ਨੇ। ਸੋ ਹੁਣ ਗੱਲ ਬਚਦੀ ਹੈ ਬਾਕੀ ਦੇ 7% ਦੀ। ਸੋ ਲਿਬਰਲ ਪਾਰਟੀ ਵੱਲੋਂ ਇਹ ਲਗਾਤਾਰ ਕਿਹਾ ਜਾ ਰਿਹਾ ਕਿ ਆਪਣੇ ਕੈਂਡੀਡੇਟਸ ਤੇ ਹੀ ਇੱਕ ਲੀਡਰ ਜਿਹੜਾ ਵਾ ਪਾਰਟੀ ਦਾ ਉਹ ਆਪਣੇ ਉਮੀਦਵਾਰਾਂ ਦੇ ਹੀ ਜਿਹੜਾ ਵਾ ਪੂਰੀ ਵੈਕਸੀਨ ਨਹੀਂ ਲਵਾ ਸਕਿਆ ਤਾਂ ਉਹ ਪੂਰੀ ਕੰਟਰੀ ਦੇ ਵਿੱਚ 90% ਕਿਸ ਤਰੀਕੇ ਨਾਲ ਸਰਪਾਸ ਕਰੇਗਾ। ਅੱਜ ਇਹ ਸਵਾਲ ਉਹਨਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਵੀ ਪੁੱਛਿਆ ਗਿਆ ਜਿੱਥੇ ਉਹ ਟੈਲੀਫੋਨ ਦੇ ਬਿੱਲਾਂ ਸੰਬੰਧੀ ਐਲਾਨ ਕਰ ਰਹੇ ਸੀਗੇ। ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਵੀ ਕੈਂਡੀਡੇਟਸ ਨੂੰ ਤਾਂ ਅਸੀਂ ਇਹ ਨਹੀਂ ਕੀਤਾ ਕਿ ਮੈਂਡੇਟਰੀ ਤੁਸੀਂ ਵੈਕਸੀਨ ਲਵਾਉਣੀ ਆ, ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਜੇ ਤੁਹਾਡੇ ਵੈਕਸੀਨ ਨਹੀਂ ਲੱਗੀ ਹੋਈ ਤਾਂ ਤੁਸੀਂ ਜਿਹੜਾ ਆ ਉਹ ਰੋਜ਼ ਆਪਣਾ ਇੱਕ ਰੈਪਿਡ ਟੈਸਟ ਜਿਹੜਾ ਕੋਵਿਡ ਦਾ ਉਹ ਕਰਵਾ ਸਕਦੇ ਹੋ। ਪਰ ਕਹਿੰਦੇ ਵੀ ਜੇਕਰ ਮੇਰੀ ਸਰਕਾਰ ਬਣੀ ਤਾਂ ਮੇਰਾ ਹੈਲਥ ਮਿਨਿਸਟਰ ਜਿਹੜਾ ਫੁੱਲੀ ਵੈਕਸੀਨੇਟਡ ਹੋਏਗਾ। ਸੋ ਇਹਦੇ ਉੱਤੇ ਵੀ ਮੈਨੂੰ ਲੱਗਦਾ ਕਿ ਸਿਆਸਤ ਆਉਣ ਵਾਲੇ ਦਿਨਾਂ 'ਚ ਭਖੇਗੀ। ਆਉਣ ਵਾਲੇ 1-2 ਦਿਨ ਵਿੱਚ ਜਿਹੜੀਆਂ ਡਿਬੇਟਸ ਹੋਣੀਆਂ ਨੇ ਇਹਦੇ ਉੱਤੇ ਜਸਟਿਨ ਟਰੂਡੋ ਜਿਵੇਂ ਕਿ ਗਨ ਵਾਇਲੈਂਸ ਉੱਤੇ, ਗਨ ਕਲਚਰ ਉੱਤੇ ਘੇਰਿਆ ਜਾ ਰਿਹਾ ਔਰ ਇਹਦੇ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਵੀ ਹੁੰਦਾ ਨਜ਼ਰ ਆ ਰਿਹਾ। ਸੋ ਇਹ ਵੀ ਲੱਗਦਾ ਕਿ ਵੈਕਸੀਨ ਦੇ ਮੁੱਦੇ ਉੱਤੇ ਵੀ ਓਟੂਲ ਨੂੰ ਜਸਟਿਨ ਟਰੂਡੋ ਜਿਹੜੇ ਉਹ ਜ਼ਰੂਰ ਘੇਰਨਗੇ।
ਤੋ ਅੱਜ ਇਹ ਜਿਹੜਾ ਬਿਆਨ ਦਿੱਤਾ ਕਿ ਇਕੱਲੇ ਹੈਲਥ ਮਿਨਿਸਟਰ ਦੇ ਫੁੱਲੀ ਵੈਕਸੀਨ ਹੋਵੇਗੀ, ਪੂਰੀ ਕੈਬਨਿਟ ਦੀ ਵੀ ਗੱਲ ਉਹਨਾਂ ਨੇ ਨਹੀਂ ਕੀਤੀ। ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਸਵਾਲ ਖੜੇ ਹੋਣਗੇ। ਜੀ ਬਿਲਕੁਲ। ਅੱਛਾ, ਵੱਖ-ਵੱਖ ਜਿਹੜੇ ਸੂਬੇ ਨੇ ਉਹਨਾਂ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਵੀ ਜ਼ਿਆਦਾ ਲੋਕਾਂ ਨੂੰ ਵੈਕਸੀਨੇਸ਼ਨ ਦੇ ਲਈ ਉਤਸ਼ਾਹਿਤ ਕੀਤਾ ਜਾਵੇ। ਅਲਬਰਟਾ ਵੱਲੋਂ ਵੀ ਐਲਾਨ ਕੀਤਾ ਗਿਆ ਸੀ, ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ 2 ਡੋਜ਼ ਲਗਾਉਣਗੇ ਉਹਨਾਂ ਨੂੰ $100 ਦਿੱਤੇ ਜਾਣਗੇ, ਜਾਣੀ ਕਿ ਗਿਫਟ ਕਾਰਡ ਦਿੱਤਾ ਜਾਵੇਗਾ। ਕਿ ਇਸ ਐਲਾਨ ਤੋਂ ਬਾਅਦ ਕੋਈ ਵੈਕਸੀਨੇਸ਼ਨ ਦਰ ਦੇ ਵਿੱਚ ਤੇਜ਼ੀ ਆਈ ਹੈ? ਕਿ ਅਲਬਰਟਾ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ? ਜੀ ਬਿਲਕੁਲ, ਕਿਉਂਕਿ ਉੱਥੇ ਜਿਹੜੀ ਵੈਕਸੀਨੇਸ਼ਨ ਰੇਟ ਆ ਕਾਫੀ ਘੱਟ ਹੈ ਅਲਬਰਟਾ ਦੇ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ। ਸੋ ਇਹਦੇ ਸੰਬੰਧੀ ਅੱਜ ਕੁਝ ਜਿਹੜੇ ਹੈਲਥ ਐਕਸਪਰਟ ਆ ਬੋਲੇ ਨੇ। ਹਾਲਾਂਕਿ ਉੱਥੇ ਇੱਕ ਲੋਟਰੀ ਸਿਸਟਮ ਵੀ ਰੱਖਿਆ ਗਿਆ ਸੀ, ਔਰ ਇਹ ਜਦੋਂ ਕੁਝ ਵਿਸ਼ਲੇਸ਼ਕਾਂ ਨੇ ਇਹ ਦੱਸਿਆ ਕਿ ਲੋਟਰੀ ਸਿਸਟਮ ਤੋਂ ਬਾਅਦ ਜਿਹੜੀ ਆ ਜ਼ਰੂਰ ਥੋੜਾ ਵੈਕਸੀਨੇਸ਼ਨ ਰੇਟ ਜਿਹੜੀ ਉਹ ਬੂਸਟ ਹੋਈ ਸੀਗੀ। ਪਰ ਉਹਨਾਂ ਨੇ ਕਿਹਾ ਕਿ ਚਾਹੇ ਤੁਸੀਂ ਲੋਟਰੀ ਸਿਸਟਮ ਦੀ ਗੱਲ ਕਰ ਲਓ, ਚਾਹੇ ਤੁਸੀਂ ਆ ਜਿਹੜਾ $100 ਵਾਲਾ ਦਿੱਤਾ ਗਿਆ ਇਹਨਾਂ ਵੱਲੋਂ ਇੱਕ ਨਵਾਂ ਜੋ ਐਲਾਨ ਕੀਤਾ ਗਿਆ ਸੀਗਾ, ਕਹਿੰਦੇ ਵੀ ਇਹ ਇਨਫ ਨਹੀਂ ਹੈਗਾ, ਇਹਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈਣਾ ਕਿ $100 ਦੇ ਬਦਲੇ ਜਿਹੜੇ ਬੰਦੇ ਨੇ ਮਾਈਂਡ ਬਣਾਇਆ ਕਿ ਉਹ ਵੈਕਸੀਨੇਸ਼ਨ ਨਹੀਂ ਕਰਾਏਗਾ ਕਿ ਉਹ $100 ਦੇ ਬਦਲੇ ਫਿਰ ਜਿਹੜਾ ਉਹ ਵੈਕਸੀਨੇਸ਼ਨ ਲਵਾ ਲਏਗਾ। ਉਹ ਕਹਿੰਦੇ ਕਿ ਪ੍ਰੂਫ ਆਫ ਵੈਕਸੀਨੇਸ਼ਨ ਵਰਗਾ ਕੁਝ ਐਲਾਨ ਜਿਹੜਾ ਉਹ ਘੱਟੋ ਘੱਟ ਕਰਨਾ ਪਊਗਾ। ਪਰ ਇਸ ਨੂੰ ਲੋਟਰੀ ਸਿਸਟਮ ਦੇ ਨਾਲ ਜਿਹੜਾ ਸੀ ਜ਼ਰੂਰ ਥੋੜਾ ਫਰਕ ਪਿਆ। ਲੋਟਰੀ ਨਿਕਲੀ ਵੀ ਆ, ਉਸ ਤੋਂ ਬਾਅਦ ਫਿਰ ਬਾਅਦ ਚ ਇਹ ਰੇਟ ਡਾਊਨ ਵੀ ਆ ਗਿਆ ਕਿਉਂਕਿ ਉਮੀਦ ਟੁੱਟ ਗਈ ਕਿ ਹੁਣ ਸਾਨੂੰ ਲੋਟਰੀ ਸ਼ਾਇਦ ਨਹੀਂ ਨਿਕਲੇਗੀ। ਪਰ ਇਹਦੇ ਨਾਲ ਇਹ ਜ਼ਰੂਰ ਹੈ ਕਿ ਜਿਹੜੇ ਹੈਲਥ ਐਕਸਪਰਟ ਹੈ ਉਹ ਜ਼ਰੂਰ ਕਹਿ ਰਹੇ ਆ ਕਿ ਪ੍ਰੂਫ ਆਫ ਵੈਕਸੀਨੇਸ਼ਨ ਵਰਗਾ ਹੀ ਕੁਝ ਕਰਨਾ ਪਵੇਗਾ, ਉਹਦੇ ਨਾਲ ਹੀ ਫਰਕ ਪਵੇਗਾ। ਸੋ ਇਹਦੇ ਨਾਲ ਇੰਨਾ ਫਰਕ ਨਹੀਂ ਪੈਣਾ। ਜੀ, ਪਰ ਦੂਜੇ ਪਾਸੇ ਕਿਊਬਿਕ ਹੁਣ ਕਾਫੀ ਜ਼ਿਆਦਾ ਸਖਤੀ ਦੇ ਮੂਡ ਦੇ ਵਿੱਚ ਨਜ਼ਰ ਆ ਰਿਹਾ, ਕਿਉਂਕਿ ਉਹਨਾਂ ਨੇ ਕਹਿਤਾ ਹੈ ਕਿ ਹੈਲਥ ਕੇਅਰ ਵਰਕਰਸ ਲਈ ਕੋਵਿਡ-19 ਟੀਕੇ ਦੇ ਦੋਨੋਂ ਡੋਜ਼ ਲਗਾਉਣੇ ਜ਼ਰੂਰੀ ਨੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਉਹਨਾਂ ਦੀ ਨੌਕਰੀ ਵੀ ਖਤਰੇ ਦੇ ਵਿੱਚ ਹੈ। ਕਿਊਬਿਕ ਦੇ ਵੱਲੋਂ ਜੋ ਇਹ ਐਲਾਨ ਕੀਤਾ ਗਿਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਸਖਤ ਐਲਾਨ ਮੰਨਿਆ ਜਾ ਸਕਦਾ ਹੈ ਕਿਉਂਕਿ ਕਿਊਬਿਕ ਨੇ ਕਿਹਾ ਕਿ ਜੇਕਰ ਤੁਸੀਂ ਫੁੱਲੀ ਵੈਕਸੀਨੇਟਡ ਨਹੀਂ ਹੋ, ਖਾਸ ਕਰਕੇ ਜਿਹੜੇ ਹੈਲਥ ਕੇਅਰ ਆ, ਹੈਲਥ ਸੈਕਟਰ ਨਾਲ ਜੁੜੇ ਹੋਏ ਕੰਮ ਆ, ਤਾਂ ਤੁਹਾਨੂੰ ਸਸਪੈਂਡ ਵੀ ਕੀਤਾ ਜਾ ਸਕਦਾ, ਤੁਹਾਡੀ ਜੌਬ ਤੋਂ ਸਸਪੈਂਸ਼ਨ ਵੀ, ਤੇ ਉਹ ਵੀ ਬਿਨਾਂ ਤਨਖਾਹ ਤੋਂ। ਸੋ ਇਹ ਬੜਾ ਸਖਤ ਐਲਾਨ ਆ। ਸੋ ਇਸ ਤੋਂ ਬਾਅਦ ਕਿਉਂਕਿ ਨੌਕਰੀ ਦਾ ਖਤਰਾ ਮੇਰੇ ਖਿਆਲ ਨਾਲ ਇੱਥੇ ਇਹਨਾਂ ਮੁਲਕਾਂ 'ਚ ਸਭ ਤੋਂ ਵੱਡਾ ਖਤਰਾ ਮੰਨਿਆ ਜਾਂਦਾ। ਸੋ ਇਹ ਵੀ ਇੱਕ ਵੱਡਾ ਮੈਨੂੰ ਲੱਗਦਾ ਕਿ ਇਹਦੇ ਨਾਲ ਜ਼ਰੂਰ, ਹਾਲਾਂਕਿ ਇਹ ਪਹਿਲਾਂ ਵੀ ਲੱਗਦਾ ਕਿ ਬਹੁਤ ਘੱਟ ਹੈਲਥ ਕੇਅਰ ਦੇ ਵਿੱਚ ਕਾਮੇ ਹੋਣਗੇ ਕਿਉਂਕਿ ਹੈਲਥ ਕੇਅਰ ਦੇ ਕਾਮੇ ਕੋਈ ਬਹੁਤਾ ਵਿਰੋਧ ਨਹੀਂ ਕਰ ਰਿਹਾ। ਉਹਨਾਂ ਵੱਲੋਂ ਵੈਕਸੀਨੇਸ਼ਨ ਵੱਡੇ ਪੱਧਰ ਤੇ ਲਵਾਈ ਗਈ ਹੈ, ਪਰ ਫਿਰ ਵੀ ਕੁਝ ਹੋਣਗੇ ਜਿਹਨੂੰ ਨਹੀਂ ਲਗਵਾਈ। ਸੋ ਉਹਨਾਂ ਲਈ ਐਲਾਨ ਕੀਤਾ ਗਿਆ ਕਿਊਬਿਕ ਦੇ ਵਿੱਚ। ਸੋ ਇਹਦੇ ਨਾਲ ਬਿਨਾਂ ਸ਼ੱਕ ਵੈਕਸੀਨੇਸ਼ਨ ਰੇਟ ਵੀ ਅਪ ਹੋ ਸਕਦਾ ਹੈ, ਤੇ ਹੋ ਸਕਦਾ ਕਿ ਕੋਈ ਆਪਣੀ ਜਿਹੜਾ ਵਾ ਉਹ ਸੋਚ ਤੇ ਮੰਗ ਤੇ ਅੜਿਆ ਰਹੇ ਕਿ ਉਹਨੇ ਨਹੀਂ ਲਵਾਉਣੀ ਆ। ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਬੇਹੱਦ ਸਖਤ ਐਲਾਨ ਆ। ਜੀ ਬਿਲਕੁਲ। ਅੱਛਾ, ਗੱਲ ਕਰਦੇ ਹਾਂ ਅਸੀਂ ਜਿਹੜੀ ਉਡਾਨਾਂ ਦੇ ਨਾਲ ਜੁੜੀ ਹੋਈ ਖਬਰ ਹੈ। ਕੈਨੇਡਾ ਵੱਲੋਂ ਹੁਣ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਨੂੰ ਕਾਫੀ ਲੰਬੇ ਸਮੇਂ ਬਾਅਦ, 1 ਸਾਲ ਜਾਂ ਕਹਿ ਲਈਏ ਕਿ 1.5 ਸਾਲ ਬਾਅਦ ਹਟਾਇਆ ਗਿਆ ਹੈ। ਹੁਣ ਜਿਹੜੇ ਨੇ ਵਿਜ਼ਿਟਰ ਵੀਜ਼ਾ ਵਾਲੇ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ। ਕੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ, ਅੱਜ ਤੋਂ ਹੀ ਯਾਤਰੀ ਕੈਨੇਡਾ ਦੇ ਵਿੱਚ ਆ ਸਕਦੇ ਨੇ। ਇਸ ਦੇ ਬਾਰੇ ਤੁਹਾਡੇ ਤੋਂ ਵਧੇਰੇ ਜਾਣਕਾਰੀ ਹਾਸਿਲ ਕਰਨਾ ਚਾਹਾਂਗੇ ਕਿ ਕਿਹੜੀਆਂ ਗੱਲਾਂ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਣਾ ਹੈ। ਜੀ ਬਿਲਕੁਲ, ਮੈਨੂੰ ਲੱਗਦਾ ਕਿ ਸ਼ਾਇਦ 18 ਮਾਰਚ 2020 ਨੂੰ ਜਿਹੜਾ ਸੀ ਇਹ ਪਾਬੰਦੀਆਂ ਲਾਈਆਂ ਗਈਆਂ ਸੀਗੀਆਂ। ਉਦੋਂ ਤਾਂ ਤਕਰੀਬਨ ਪੂਰੇ ਤਰੀਕੇ ਨਾਲ ਜਿਹੜਾ ਸੀ ਉਹ ਬੰਦ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਹੌਲੀ ਹੌਲੀ ਥੋੜੀ ਢਿੱਲ ਦਿੱਤੀ ਗਈ। ਫਿਰ ਜਿਹੜੇ ਐਸੈਂਸ਼ੀਅਲ ਵਰਕਰ ਆ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ। ਉਸ ਤੋਂ ਬਾਅਦ ਫਿਰ ਕੁਝ ਸਟੂਡੈਂਟ ਜਿਹੜੇ ਸੀ, ਉਸ ਤੋਂ ਪਹਿਲਾਂ ਜਿਹੜੇ ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟ ਸੀਗੇ, ਉਹਨਾਂ ਨੂੰ ਕੈਨੇਡਾ ਲਿਆਂਦਾ ਗਿਆ। ਸੋ ਸਭ ਤੋਂ ਜਿਹੜੀ ਜ਼ਿਆਦਾ ਉਡੀਕ ਸੀ ਇਸੇ ਗੱਲ ਦੀ ਕੀਤੀ ਜਾ ਰਹੀ ਸੀ ਕਿ ਨਾਰਮਲ ਜਿਹੜਾ ਉਹ ਜਿਹੜਾ ਸੀਗਾ ਸੈਰ ਸਪਾਟਾ ਦਾ ਪ੍ਰਬੰਧ ਹੈ ਉਹ ਕਦੋਂ ਖੁੱਲ੍ਹੇਗਾ, ਨਾਰਮਲ ਯਾਤਰਾ ਕਦੋਂ ਸ਼ੁਰੂ ਹੋਵੇਗੀ। ਸੋ ਹੁਣ ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਜੇ ਅਸੀਂ ਇਹ ਪੱਖ ਹਲੇ ਪਾਸੇ ਰੱਖ ਲਈਏ ਕਿ ਭਾਰਤ ਤੋਂ ਡਾਇਰੈਕਟ ਫਲਾਈਟਾਂ ਬੰਦ ਨੇ ਕੈਨੇਡਾ ਲਈ, ਤਾਂ ਬਾਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਵਿਅਕਤੀਆਂ ਦੇ ਵੈਕਸੀਨੇਸ਼ਨ ਹੋਈ ਆ, ਟੀਕੇ ਲੱਗੇ ਹੋਏ ਨੇ, ਉਹਨਾਂ ਲਈ ਇੱਕ ਹਿਸਾਬ ਨਾਲ ਨਾਰਮਲ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਲਈ ਯਾਤਰਾ ਖੁੱਲ੍ਹ ਗਈ ਆ। ਔਰ ਜਦੋਂ ਇਹ ਬੰਦ ਹੋਇਆ ਸੀ ਤਾਂ ਲਗਭਗ ਜਿਹੜੇ ਵੱਡੇ ਏਅਰਪੋਰਟ ਨੇ ਕੈਨੇਡਾ ਦੇ, ਜੇ ਅਸੀਂ ਵੈਨਕੂਵਰ ਏਅਰਪੋਰਟ ਦੀ ਗੱਲ ਕਰ ਲਈਏ ਜਾਂ ਮੌਂਟਰੀਅਲ ਜਾਂ ਇੱਥੇ ਪੀਅਰਸਨ ਜਿਹੜਾ ਵਾ ਟੋਰਾਂਟੋ ਦਾ ਏਅਰਪੋਰਟ ਹੈ ਉਹਦੀ ਗੱਲ ਕਰ ਲਈਏ, ਤਾਂ ਇੱਕ ਇੱਕ ਹਿੱਸੇ ਤਕਰੀਬਨ ਜਿਹੜੇ ਸੀ ਉਹ ਬੰਦ ਪਏ ਸੀ। ਅੱਧੇ ਤੋਂ ਵੱਧ ਏਅਰਪੋਰਟ ਬੰਦ ਪਿਆ ਸੀ। ਹਜ਼ਾਰਾਂ ਲੋਕਾਂ ਨੂੰ ਘਰੇ ਬਿਠਾ ਦਿੱਤਾ ਗਿਆ ਸੀਗਾ ਕਿਉਂਕਿ ਜਿਹੜੇ ਲੋਕਲ ਸਿਕਿਉਰਿਟੀ ਸੀ ਤੇ ਬਾਕੀ ਇੰਟਰਨੈਸ਼ਨਲ ਤਾਂ ਬਹੁਤਾ ਹੈ ਨਹੀਂ ਸੀ। ਇੱਕੋ ਥਾਂ ਹੀ ਉਹਨਾਂ ਦੀ ਸਿਕਿਉਰਿਟੀ ਕੀਤੀ ਜਾ ਰਹੀ ਸੀ। ਜਦੋਂ 1-2 ਵਾਰੀ ਜਾਣ ਦਾ ਮੌਕਾ ਮਿਲਿਆ ਤਾਂ ਖੁਦ ਦੇਖਿਆ
ਤਾਂ 에ਅਰਪੋਰਟ ਜਿਹੜੇ ਸੀ ਬਿਲਕੁਲ ਸੁੰਨੇ ਪਏ ਹੋਏ ਸੀ ਉਸ ਸਮੇਂ ਦੌਰਾਨ। ਸੋ ਹੁਣ ਉਮੀਦ ਇਹ ਆ, ਚੇਤਾਵਨੀ ਵੀ ਦਿੱਤੀ ਗਈ ਆ, ਹਾਲਾਂਕਿ ਹੌਲੀ-ਹੌਲੀ ਕਾਮੇ ਵਾਪਸ ਜਿਹੜੇ ਉਹ ਬੁਲਾਏ ਜਾ ਰਹੇ ਆ, ਕਿਉਂਕਿ ਬਹੁਤ ਸਾਰੀਆਂ ਫਲਾਈਟ ਕੰਪਨੀਆਂ ਨੇ ਵੀ ਆਪਣੇ ਕਾਮਿਆਂ ਨੂੰ ਘਰੇ ਭੇਜ ਦਿੱਤਾ ਸੀ, ਕਿਉਂਕਿ ਫਲਾਈਟਾਂ ਤੇ ਪਾਬੰਦੀ ਲੱਗ ਗਈ ਸੀ, ਲੋਕ ਆ ਜਾ ਨਹੀਂ ਰਹੇ ਸੀ। ਸੋ ਉਹਨਾਂ ਨੂੰ ਜਿਹੜਾ ਸੀ ਲੇ ਆਫ ਕਰ ਦਿੱਤਾ ਗਿਆ ਸੀ, ਹੁਣ ਵਾਪਸ ਵੀ ਬੁਲਾਏ ਜਾ ਰਹੇ ਨੇ। 에ਅਰਪੋਰਟ ਤੋਂ ਹਜ਼ਾਰਾਂ ਜਿਹੜੀ ਸੀ, ਇੱਥੇ ਵੈਨਕੂਵਰ 에ਅਰਪੋਰਟ ਦੀ ਗੱਲ ਕਰੀਏ ਤਾਂ ਇੱਥੋਂ ਹੀ ਕੁਝ ਕੁ ਹਜ਼ਾਰ ਕਾਮਿਆਂ ਨੂੰ ਘਰੇ ਬਿਠਾ ਦਿੱਤਾ ਗਿਆ ਸੀ, ਕਿਉਂਕਿ 에ਅਰਪੋਰਟ ਜਿਹੜੇ ਸੀ ਬਿਲਕੁਲ ਸੁੰਨੇ ਪਏ ਸੀਗੇ। ਸੋ 에ਅਰਪੋਰਟ ਦੀ ਰੌਣਕ ਵੀ ਹੁਣ ਜਿਹੜੀ ਉਹ ਪਰਤਣੀ ਸ਼ੁਰੂ ਹੋਵੇਗੀ। ਸ਼ਰਤ ਇਹੀ ਆ, ਟੀਕੇ ਲੱਗੇ ਹੋਣੇ ਚਾਹੀਦੇ ਆ। ਸੋ ਇਹਦੇ ਨਾਲ ਹੁਣ ਜੇਕਰ ਅਸੀਂ ਇਹ ਗੱਲ ਕਰੀਏ ਕਿ ਭਾਰਤ ਤੋਂ ਕਿਸ ਤਰੀਕੇ ਨਾਲ ਆਇਆ ਜਾ ਸਕਦਾ ਆ, ਜਿਹੜੀਆਂ ਸ਼ਰਤਾਂ ਨੇ ਇੰਦਰ ਵਿੱਚ, ਮੈਨੂੰ ਲੱਗਦਾ ਕਿ ਤੁਸੀਂ ਵੀ ਆਪਣੇ ਬੁਲੇਟਿਨ ਦੇ ਵਿੱਚ ਲਗਾਤਾਰ ਅਪਡੇਟ ਕਰਦੇ ਰਹਿੰਦੇ ਹੋ ਕਿ ਤੁਹਾਡੇ ਜਿਹੜਾ ਵਾ ਉਹ ਇੱਕ ਤਾਂ ਨਾਲ ਰਿਪੋਰਟ ਹੋਣੀ ਚਾਹੀਦੀ ਆ ਨੈਗੇਟਿਵ ਕੋਵਿਡ ਦੀ, ਤੇ ਇਹਦੇ ਨਾਲ ਨਾਲ ਤੁਹਾਡੀ ਜਿਹੜੀ ਵੈਕਸੀਨੇਸ਼ਨ ਆ ਹੋਣੀ ਚਾਹੀਦੀ ਆ। ਅਸੀਂ ਪਹਿਲਾਂ ਵੀ ਲਿਸਟ ਦੱਸੀ ਸੀ ਕਿ ਹੈਲਥ ਕੈਨੇਡਾ ਵੱਲੋਂ ਜਿਹੜੀ ਅਪਰੂਵ ਕੀਤੀ ਹੋਈ ਵੈਕਸੀਨੇਸ਼ਨ ਆ, ਜਿਹਦੇ ਵਿੱਚ ਫਾਈਜ਼ਰ ਆ, ਮੋਡਰਨਾ ਆ, ਐਸਟਰਾਜੈਨਿਕਾ ਆ, ਭਾਰਤ ਤੋਂ ਅਸੀਂ ਦੇਖੀਏ ਤਾਂ ਕੋਸ਼ੀਲਡ ਆ, ਤੇ ਜੌਨਸਨ ਐਂਡ ਜੌਨਸਨ ਵਰਗੀਆਂ ਜਿਹੜੀਆਂ ਵੈਕਸੀਨ ਆ ਉਹਨਾਂ ਨੂੰ ਅਪਰੂਵਲ ਮਿਲੀ ਹੋਈ ਆ। ਇੱਕ ਅੱਧੀ ਕੋਈ ਹੋਰ ਮੇਤੋਂ ਰਹਿ ਗਈ ਤਾਂ ਇੰਦਰਪ੍ਰੀਤ ਜਿਹੜੀ ਉਹ ਜ਼ਰੂਰ ਨਾਲ ਦੱਸ ਦੂਗੀ ਜੇ ਕੋਈ ਰਹਿ ਗਈ ਆ ਤਾਂ। ਪਰ ਇਹ ਜਿਹੜੀ ਵੈਕਸੀਨ ਤੁਹਾਡੇ ਲੱਗੀ ਹੋਣੀ ਚਾਹੀਦੀ, ਇਹਨਾਂ ਚੋਂ ਕੋਈ ਵੀ ਵੈਕਸੀਨ ਜੇਕਰ ਲੱਗੀ ਹੈ ਤਾਂ ਤੁਸੀਂ ਆ ਸਕਦੇ ਹੋ। ਔਰ ਭਾਰਤ ਤੋਂ ਦੀਆਂ ਰਿਪੋਰਟਾਂ ਜਿਹੜੀਆਂ ਆ ਉਹ ਇੱਥੇ ਅਪਰੂਵ ਨਹੀਂ ਕੀਤੀਆਂ ਜਾ ਰਹੀਆਂ। ਪਹਿਲਾਂ ਵੀ ਅਸੀਂ ਦੱਸਿਆ ਸੀ ਕਿ ਕਿਸੇ ਥਰਡ ਕੰਟਰੀ ਤੋਂ ਤੁਹਾਡੀ ਜਿਹੜੀ ਉਹ ਕੋਵਿਡ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਆ, ਪਰ ਉੱਥੋਂ ਇਸ ਵਕਤ ਟਿਕਟਾਂ ਬਹੁਤ ਮਹਿੰਗੀਆਂ ਮਿਲ ਰਹੀਆਂ ਨੇ, ਕਿਉਂਕਿ ਕਈ ਥਾਵਾਂ ਤੋਂ ਘੁੰਮ ਕੇ ਆਉਣਾ ਪੈ ਰਿਹਾ। ਸੋ 에ਅਰਪੋਰਟ ਦੀ ਰੌਣਕ ਪਰਤ ਰਹੀ ਆ। ਅੱਜ ਵਿਜ਼ਟਰ ਵੀਜ਼ੇ ਵਾਲੇ ਹੁਣ ਆ ਸਕਦੇ ਨੇ, ਪਰ ਭਾਰਤ ਤੋਂ ਹਲੇ ਔਖਾ ਲੱਗ ਰਿਹਾ, ਕਿਉਂਕਿ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਫਿਲਹਾਲ ਕਾਫੀ ਮਹਿੰਗਾ ਪਏਗਾ। ਜੀ ਬਿਲਕੁਲ, ਤੁਸੀਂ ਜਿਹੜੀ ਵੈਕਸੀਨ ਦੀ ਗੱਲ ਕੀਤੀ ਹੈ ਉਹੀ ਕੈਨੇਡਾ ਵੱਲੋਂ ਮਨਜ਼ੂਰ ਕੀਤੀਆਂ ਗਈਆਂ 4 ਵੈਕਸੀਨ ਦਾ ਜਿਹੜਾ ਜ਼ਿਕਰ ਹੈ ਤੁਸੀਂ ਕੀਤਾ ਗਿਆ। ਪਰ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਆਸਤ ਦੀ ਗੱਲ ਕਰਦੇ ਹਾਂ। ਲਗਾਤਾਰ ਪੋਲ ਸਾਹਮਣੇ ਆ ਰਹੇ ਨੇ। ਇਹਨਾਂ ਪੋਲ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਪਹਿਲਾਂ ਦੇ ਮੁਕਾਬਲੇ ਜਿਹੜੀ ਅੱਗੇ ਨਜ਼ਰ ਆ ਰਹੀ ਹੈ, ਲਿਬਰਲ ਪਾਰਟੀ ਹੇਠਾਂ ਜਾਂਦੀ ਹੈ। ਅਸੀਂ ਰੋਜ਼ਾਨਾ ਇਸ ਦੇ ਉੱਪਰ ਤਕਰੀਬਨ ਚਰਚਾ ਕਰਦੇ ਹਾਂ ਤੇ ਅੱਜ ਦਾ ਸਰਵੇ ਕੀ ਕਹਿੰਦਾ ਹੈ ਕਿ ਇਹਨਾਂ ਪਾਰਟੀਆਂ ਦੀ ਮੌਜੂਦਾ ਸਥਿਤੀ ਕੀ ਬਣੀ ਹੋਈ ਹੈ। ਬਿਲਕੁਲ, ਜੇਕਰ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖੀਏ, ਜਦੋਂ ਤੋਂ ਕੰਪੇਨ ਸ਼ੁਰੂ ਹੋਈ ਸੀ ਤਾਂ ਹਰ ਰੋਜ਼ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਕੁਛ ਨਾ ਕੁਛ ਗੇਨ ਕਰਦੀ ਸੀਗੀ। ਪਰ ਪਿਛਲੇ 2-3 ਦਿਨ ਤੋਂ ਜੇਕਰ ਅਸੀਂ ਦੇਖੀਏ, ਜਦੋਂ ਤੋਂ ਗਨ ਵਾਇਲੈਂਸ ਦੇ ਮੁੱਦੇ ਉੱਤੇ ਐਰਨ ਅਟੂਲ ਫਸੇ ਨੇ, ਉਹਦਾ ਥੋੜਾ ਲਾਭ ਜਿਹੜਾ ਆ ਉਹ ਲਿਬਰਲ ਪਾਰਟੀ ਨੂੰ ਮਿਲਦਾ ਨਜ਼ਰ ਆ ਰਿਹਾ। ਤੇ ਹੁਣ ਜਿਹੜੀ ਵੋਟ ਪਰਸੈਂਟ ਦਾ ਕਿਰਨਾ ਜਿਹੜਾ ਆ ਉਹ ਥੋੜਾ ਘੱਟ ਹੋ ਰਿਹਾ ਔਰ ਥੋੜਾ ਜਿਹਾ ਗੇਨ ਵੀ ਕੀਤਾ ਆ। ਪਰ ਹਾਲੇ ਵੀ ਜੇਕਰ ਅਸੀਂ ਕਹੀਏ ਤਾਂ ਕੰਜ਼ਰਵੇਟਿਵ ਪਾਰਟੀ ਹਾਲੇ ਲੀਡ ਜਿਹੜੀ ਉਹ ਕਰ ਰਹੇ ਆ। ਜੇਕਰ ਅਸੀਂ ਸਰਵੇ ਦੀ ਗੱਲ ਕਰੀਏ ਤਾਂ ਅਸੀਂ ਇੱਕ ਏਜੰਸੀ ਜਿਹੜੀ ਖਾਸ ਕਰਕੇ ਜਿੱਤੇ ਜ਼ਿਆਦਾ ਭਰੋਸਾ ਕੀਤਾ ਜਾਂਦਾ ਆ, ਹਾਲਾਂਕਿ ਸੀਬੀਸੀ ਪੋਲ ਟਰੈਕਰ ਨੂੰ ਵੀ ਜਿਹੜਾ ਵਾ ਸੀਬੀਸੀ ਮਾਫ ਕਰਨਾ ਪੋਲ ਟਰੈਕਰ ਜਿਹੜਾ ਆ ਉਹਨੂੰ ਵੀ ਜਿਹੜਾ ਕਾਫੀ ਮਾਨਤਾ ਮਿਲੀ ਹੋਈ ਆ। ਪਰ ਉਹਦੇ ਵਿੱਚ ਸੀਟਾਂ ਦੇ ਮੁਕਾਬਲੇ ਜੇਕਰ ਅਸੀਂ ਗੱਲ ਕਰੀਏ ਤਾਂ ਲਿਬਰਲ ਪਾਰਟੀ ਹੱਲੇ ਵੀ 7 ਸੀਟਾਂ ਕੰਜ਼ਰਵੇਟਿਵ ਤੋਂ ਅੱਗੇ ਚੱਲ ਰਹੀ ਆ, ਜਿਹਦੇ ਵਿੱਚ 140 ਸੀਟਾਂ ਉੱਤੇ ਲਿਬਰਲ ਤੇ 133 ਸੀਟਾਂ ਉੱਤੇ ਕੰਜ਼ਰਵੇਟਿਵ ਦਿਖਾਈ ਦੇ ਰਹੀ ਆ। 34 ਸੀਟਾਂ ਜਿਹੜੀਆਂ ਉਹ ਐਨਡੀਪੀ ਨੂੰ ਦਿੱਤੀਆਂ ਜਾ ਰਹੀਆਂ ਨੇ। ਪਰ ਜੇਕਰ ਅਸੀਂ 338 canada.com ਦੀ ਗੱਲ ਕਰੀਏ ਤਾਂ ਉਹਦੇ ਵਿੱਚ 145 ਤੋਂ ਵੱਧ ਸੀਟਾਂ ਜਿਹੜੀਆਂ ਕੰਜ਼ਰਵੇਟਿਵ ਤੇ 135 ਸੀਟਾਂ ਉੱਤੇ ਲਿਬਰਲ ਪਾਰਟੀ ਜਿਹੜੀ ਉਹ ਦਿਖਾਈ ਦੇ ਰਹੀ ਆ। ਤੇ ਐਨਡੀਪੀ ਨੂੰ ਇੱਥੇ ਵੀ ਜਿਹੜੀਆਂ ਉਹ 35 ਸੀਟਾਂ ਦਿੱਤੀਆਂ ਜਾ ਰਹੀਆਂ ਨੇ। ਸੋ ਫਿਲਹਾਲ ਹੱਲੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ 2 ਹਫ਼ਤੇ ਦਾ ਸਮਾਂ ਪਿਆ ਆ। 2 ਹਫ਼ਤਿਆਂ ਵਿੱਚ ਕੁਝ ਵੀ ਹੋ ਸਕਦਾ ਆ। ਹਾਲਾਂਕਿ 10 ਤਰੀਕ ਤੋਂ ਐਡਵਾਂਸ ਪੋਲਿੰਗ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ। ਜਿਹੜੀ ਬਾਏ ਮੇਲ ਵੋਟਿੰਗ ਆ ਉਹ ਵੀ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂ ਹੋਣ ਵਾਲੀ ਆ ਜਾਂ ਹੋ ਚੁੱਕੀ ਆ, ਕਿਉਂਕਿ ਜਿਹੜੀਆਂ ਚਿੱਠੀਆਂ ਘਰਾਂ 'ਚ ਪਹੁੰਚਣੀਆਂ ਸ਼ੁਰੂ ਲਗਭਗ ਹੋ ਗਈਆਂ ਨੇ ਇਲੈਕਸ਼ਨ ਕੈਨੇਡਾ ਵੱਲੋਂ, ਜੋ ਵਾਪਸ ਵੋਟ ਪਾ ਕੇ ਭੇਜਣੀਆਂ ਨੇ। ਸੋ ਹੁਣ ਵੋਟਿੰਗ ਵੀ ਸ਼ੁਰੂ ਹੋ ਚੁੱਕੀ ਆ ਤੇ ਉਹ ਵੀ ਸਰਵੇ ਤੇ ਅਸਰ ਜਿਹੜਾ ਜ਼ਰੂਰ ਪਵੇਗਾ। ਸੋ ਦੇਖਦੇ ਹਾਂ ਕਿ ਕਿੱਧਰ ਨੂੰ ਹੁਣ ਕਹਾਣੀ ਜਾਂਦੀ ਹੈ। ਪਰ ਇੰਨਾ ਜ਼ਰੂਰ ਆ ਕਿ ਲਿਬਰਲ ਪਾਰਟੀ ਜਿਹੜੀ ਹੌਲੀ ਹੌਲੀ ਖਿਸਕਦੀ ਆ ਰਹੀ ਸੀ, ਜਿੰਨੀ ਪਿੱਛੇ ਗਈ ਆ, ਹੁਣ ਉੱਥੇ ਜਾ ਕੇ ਉਹਨੇ ਖੜ ਗਈ ਆ, ਅੱਡੀਆਂ ਅੜਾ ਲਈਆਂ ਨੇ, ਪੈਰ ਅੜਾ ਲਏ ਨੇ। ਹੁਣ ਉੱਥੋਂ ਅੱਗੇ ਵੱਧਦੀ ਹੈ ਜਾਂ ਨਹੀਂ, ਇਹ ਆਉਣ ਵਾਲੇ 2 ਹਫ਼ਤਿਆਂ 'ਚ ਪਤਾ ਲੱਗੇਗਾ। ਜੀ ਬਿਲਕੁਲ, ਇਹਨਾਂ ਹਫ਼ਤਿਆਂ ਦੇ ਵਿੱਚ ਅਜੇ ਕਈ ਪੋਲ ਸਾਹਮਣੇ ਆਉਣੇ ਨੇ ਜਿਸ ਦੇ ਉੱਪਰ ਅਸੀਂ ਵਿਚਾਰ ਚਰਚਾ ਕਰਾਂਗੇ। ਸੋ ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਅਸੀਂ ਸਿਆਸਤ ਦੀਆਂ ਖਬਰਾਂ ਦੇ ਉੱਪਰ ਅਤੇ ਹੋਰ ਜਿਹੜੀਆਂ ਕੈਨੇਡਾ ਦੀਆਂ ਵੱਡੀਆਂ ਖਬਰਾਂ ਨੇ ਉਸ ਦੇ ਉੱਪਰ ਵਿਚਾਰ ਚਰਚਾ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ ਇਸੇ ਤਰ੍ਹਾਂ ਕਰਦੇ ਰਹਾਂਗੇ। ਬਾਕੀ ਤਾਜ਼ਾ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।